पंजाबिस्तान दी जानिब तो मेरा दागिस्तान रसूल हमजा तोव भाग 8वां। इस किताब दे भाव ते इस दे नां बारे। दिन दिहार नूं देंदा है ये खुशियां दा संदेश, कदी एदी टुनकार सुझावे बिपता अते कलेश। घड़ियाल उत्ते उकरे शब्द। सूरबीर सी पिता, सत्यावान सी पिता सदा रिहा। नाम उसदा संभाली इत्थे सौ रिहा ए बाल निक्का जिहा। वड्डा हो के उसदा खंजर ए गल विच पाएगा, लाज उसदे नाम नूं नहीं ए कदी भी लाएगा। पंगूड़े उत्ते उकरे शब्द। पहाड़ां विच रहण वाले लई दो चीज़ां प्यारियां होणीਆਂ ਚਾਹੀਦੀਆਂ ਹਨ, अपना पापाखा ते अपना ਨਾਂ। पापाखा आम तौर उत्ते भेड़ दी उल्टाई खल दा बनया होया लम्मा जिहा खुद्दड़ जिहा काकेशियाई टोप। उपरला पद्धरा हिस्सा कपड़े नाल ढकिया हुंदा है। पहाड़ां विच रहण वाले लई दो चीज़ां प्यारियां होणीਆਂ ਚਾਹੀਦੀਆਂ ਹਨ, अपना पापाखा ते अपना ਨਾਂ। सिर्फ ਉਹ ਬੰਦਾ ਹੀ ਜਿਸ ਦਾ ਆਪਣੇ ਪਾਪਾਖਾ ਹੇਠਾਂ ਸਿਰ ਹੈ ਇਸ ਟੋਪ ਨੂੰ ਪਾ ਕੇ ਰੱਖ ਸਕੇਗਾ। ਸਿਰਫ ਉਹ ਬੰਦਾ ਹੀ ਜਿਸ ਦੇ ਦਿਲ ਵਿੱਚ ਅੱਗ ਹੈ ਆਪਣੇ ਨਾਂ ਨੂੰ ਪਾਕ ਪਵਿੱਤਰ ਰੱਖ ਸਕੇਗਾ। ਸਾਡੀਆਂ ਸਕਲੀਆ ਦੀ ਚਾਰ ਦੀਵਾਰੀ ਦੇ ਉੱਪਰਲੀ ਛੱਤ ਗੋਲੀਆਂ ਦੇ ਕਈ ਨਿਸ਼ਾਨਾਂ ਨਾਲ ਭਰੀ ਹੋਈ ਹੈ। ਮੇਰੇ ਪਿਤਾ ਜੀ ਦੇ ਦੋਸਤ ਆਪਣੀਆਂ ਪਿਸਤੌਲਾਂ ਵਿੱਚੋਂ ਛੱਤ ਉੱਤੇ ਗੋਲੀਆਂ ਚਲਾਉਂਦੇ ਤਾਂ ਕਿ ਆਸ-ਪਾਸ ਦੇ ਪਹਾੜਾਂ ਵਿੱਚ ਦੂਰ ਉੱਪਰ ਆਪਣੇ ਆਲਣਿਆਂ ਵਿੱਚ ਬੈਠੇ ਉਕਾਬਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਦਾ ਭਰਾ ਪੈਦਾ ਹੋਇਆ ਹੈ, ਕਿ ਦਾਗਿਸਤਾਨ ਵਿੱਚ ਇੱਕ ਹੋਰ ਉਕਾਬ ਪੈਦਾ ਹੋ ਗਿਆ ਹੈ। ਬੇਸ਼ੱਕ ਗੋਲੀ ਚਲਾਉਣਾ ਪੁੱਤਰ ਪੈਦਾ ਨਹੀਂ ਕਰੇਗਾ, ਪਰ ਪੁੱਤਰ ਦਾ ਜਨਮ ਮਨਾਉਣ ਲਈ ਗੋਲੀ ਲੱਭਣੀ ਹਮੇਸ਼ਾ ਲਾਜ਼ਮੀ ਹੈ। ਮੇਰੇ ਪਿਤਾ ਜੀ ਦੇ ਇੱਕ ਦੋਸਤ ਨੇ ਮੇਰੇ ਸਨਮਾਨ ਵਿੱਚ 2 ਗੋਲੀਆਂ ਚਲਾਈਆਂ। ਛੱਤ ਵਿੱਚ ਜਦੋਂ ਮੈਂ ਜਨਮਿਆ ਤੇ ਫਰਸ਼ ਉੱਤੇ ਜਦੋਂ ਮੇਰਾ ਨਾਂ ਰੱਖਿਆ ਗਿਆ। ਮਾਂ ਨੇ ਮੈਨੂੰ ਦੱਸਿਆ ਕਿ ਮੇਰਾ ਨਾਂ ਕਿਸ ਤਰ੍ਹਾਂ ਰੱਖਿਆ ਗਿਆ ਸੀ। ਮੈਂ ਆਪਣੇ ਪਰਿਵਾਰ ਵਿੱਚ ਤੀਜਾ ਬੇਟਾ ਸਾਂ। ਇੱਕ ਕੁੜੀ ਵੀ ਸੀ, ਮੇਰੀ ਭੈਣ, ਪਰ ਅਸੀਂ ਮਰਦਾਂ ਦੀ ਗੱਲ ਕਰ ਰਹੇ ਹਾਂ, ਬੇਟਿਆਂ ਦੀ। ਪਹਿਲੇ ਬੇਟੇ ਦੇ ਨਾਂ ਦਾ ਉਸ ਦੇ ਜਨਮ ਤੋਂ ਵੀ ਬਹੁਤ ਪਹਿਲਾਂ ਪਤਾ ਸੀ, ਕਿਉਂਕਿ ਰੀਤ ਅਨੁਸਾਰ ਉਸ ਨੂੰ ਆਪਣੇ ਸਵਰਗਵਾਸੀ ਬਾਬੇ ਦਾ ਨਾਂ ਦਿੱਤਾ ਜਾਂਦਾ ਹੈ। ਆਉਲ ਦੇ ਹਰ ਵਾਸੀ ਨੂੰ ਇਹ ਯਾਦ ਸੀ ਤੇ ਸਾਰੇ ਕਹਿੰਦੇ ਸਨ ਕਿ ਹਮਜ਼ਾਤ ਪਰਿਵਾਰ ਵਿੱਚ ਜਲਦੀ ਹੀ ਇੱਕ ਹੋਰ ਮੁਹੰਮਦ ਪੈਦਾ ਹੋਵੇਗਾ। ਮੇਰੇ ਬਾਬੇ ਦੇ ਵਿਹੜੇ ਵਿੱਚ ਕਦੀ ਕੋਈ ਚੌਪਾਇਆ ਜਾਨਵਰ ਨਹੀਂ ਸੀ ਵੜਿਆ, ਸਿਵਾਏ ਸ਼ਾਇਦ ਕੁੱਤਿਆਂ ਜਾਂ ਬਿੱਲੀਆਂ ਦੇ। ਉਹ ਸ਼ਾਇਦ ਹੀ ਹੈ ਕਦੀ ਕੰਬਲ ਹੇਠ ਸੁੱਤਾ ਹੋਵੇ। ਹੇਠਾਂ ਪਾਉਣ ਵਾਲੇ ਕੱਪੜਿਆਂ ਦਾ ਤਾਂ ਉਸ ਨੂੰ ਮਤਲਬ ਹੀ ਨਹੀਂ ਸੀ ਪਤਾ। ਦੁਨੀਆ ਵਿੱਚ ਕੋਈ ਵੀ ਡਾਕਟਰ ਇਸ ਗੱਲ ਦੀ ਫੜ ਨਹੀਂ ਸੀ ਮਾਰ ਸਕਦਾ ਕਿ ਉਸ ਨੇ ਕਦੀ ਉਸ ਦੇ ਦੰਦ ਦੇਖੇ ਹੋਣ, ਉਸ ਦੀ ਨਬਜ਼ ਦੇਖੀ ਹੋਵੇ, ਉਸ ਨੂੰ ਡੂੰਘੇ ਸਾਹ ਜਾਂ ਹੌਲੀ-ਹੌਲੀ ਸਾਹ ਲੈਣ ਲਈ ਕਿਹਾ ਹੋਵੇ, ਜਾਂ ਆਮ ਕਰਕੇ ਉਸ ਦੇ ਸਰੀਰ ਦਾ ਮੁਆਇਨਾ ਕੀਤਾ ਹੋਵੇ। ਨਾ ਹੀ ਆਉਲ ਵਿੱਚ ਕਿਸੇ ਨੂੰ ਉਸ ਦੇ ਜੰਮਣ ਮਰਨ ਦੀਆਂ ਤਰੀਕਾਂ ਦਾ ਹੀ ਠੀਕ ਪਤਾ ਸੀ। ਜੇ ਮੇਰੇ ਪਿਤਾ ਜੀ ਦਾ ਨਾਂ ਮਲੀਨ ਕਰਨ ਲਈ ਲਿਖੇ ਗਏ ਬਿਆਨ ਉੱਤੇ ਯਕੀਨ ਕੀਤਾ ਜਾ ਸਕਦਾ ਹੋਵੇ ਤਾਂ ਬਾਬੇ ਮੁਹੰਮਦ ਨੂੰ ਕੁਝ ਅਰਬੀ ਵੀ ਆਉਂਦੀ ਸੀ। ਮੇਰੇ ਪਿਤਾ ਜੀ ਨੇ ਆਪਣੇ ਪਹਿਲੇ ਬੱਚੇ ਨੂੰ, ਮੇਰੇ ਸਭ ਤੋਂ ਵੱਡੇ ਭਰਾ ਨੂੰ ਉਸ ਦਾ ਨਾਂ ਦਿੱਤਾ ਸੀ। ਪਿਤਾ ਜੀ ਦਾ ਇੱਕ ਚਾਚਾ ਵੀ ਸੀ ਜਿਹੜਾ ਦੂਜੇ ਬੇਟੇ ਦੇ ਜਨਮ ਤੋਂ ਜ਼ਰਾ ਹੀ ਪਹਿਲਾਂ ਚੱਲ ਵਸਿਆ ਸੀ। ਚਾਚੇ ਦਾ ਨਾਂ ਅਖੀਲਚੀ ਸੀ। ਸੋ ਇੱਕ ਹੋਰ ਅਖੀਲਚੀ ਪੈਦਾ ਹੋ ਗਿਆ ਹੈ। ਆਉਲ ਦੇ ਵਾਸੀ ਖੁਸ਼ੀ ਨਾਲ ਕੂਕ ਉੱਠੇ ਜਦੋਂ ਸਾਡੇ ਪਰਿਵਾਰ ਵਿੱਚ ਦੂਜਾ ਬੇਟਾ ਆਇਆ। ਸਾਡਾ ਅਖੀਲਚੀ ਮੁੜ ਆਇਆ ਹੈ। ਸ਼ਾਲਾ ਇਹ ਚੰਗਾ ਸ਼ਗਨ ਹੋਵੇ, ਨਾ ਕਿ ਬਦਕਿਸਮਤੀ ਦਾ ਚਿੰਨ੍ਹ। ਜੇ ਉਸ ਦੀ ਨਿਰਵਾਣ ਜਿਹੀ ਸ਼ਕਲੀਆ ਉੱਤੇ ਕੋਈ ਕਾਂ ਆ ਬੈਠਦਾ ਹੈ, ਸ਼ਾਲਾ ਵੱਡਾ ਹੋ ਕੇ ਮੁੰਡੇ ਦਾ ਸੁਭਾਅ ਇੰਨਾ ਹੀ ਉੱਤਮ ਹੋਵੇ ਜਿੰਨਾ ਉਸ ਦਾ ਸੀ ਜਿਸ ਦਾ ਉਸ ਨੂੰ ਹੁਣ ਨਾਂ ਦਿੱਤਾ ਗਿਆ ਹੈ। ਜਦੋਂ ਮੇਰੇ ਹੋਣ ਦਾ ਸਮਾਂ ਨੇੜੇ ਆਇਆ ਤਾਂ ਪਿਤਾ ਜੀ ਕੋਲ ਰੱਖਣ ਲਈ ਹੋਰ ਕੋਈ ਨਾਂ ਨਹੀਂ ਸੀ, ਜਾਂ ਕੋਈ ਰਿਸ਼ਤੇਦਾਰ ਜਾਂ ਦੋਸਤ ਨਹੀਂ ਸਨ ਜਿਹੜੇ ਹੁਣੇ ਕਾਲਵਸ਼ ਹੋਏ ਹੁੰਦੇ ਜਾਂ ਵਿਦੇਸ਼ਾਂ ਵਿੱਚ ਗੁੰਮ ਹੋਏ ਹੁੰਦੇ। ਕੋਈ ਵੀ
ਜਿਸ ਦਾ ਨਾਮ ਮੈਨੂੰ ਸਾਰੀ ਉਮਰ ਮਾਣ ਨਾਲ ਰੱਖਣ ਲਈ ਬਖਸ਼ਿਆ ਜਾ ਸਕਦਾ। ਜਦੋਂ ਮੇਰਾ ਜਨਮ ਹੋਇਆ ਤਾਂ ਪਿਤਾ ਜੀ ਨੇ ਆਪਣੀ ਆਉਲ ਦੇ ਸਭ ਤੋਂ ਵੱਧ ਸਤਿਕਾਰਯੋਗ ਲੋਕਾਂ ਨੂੰ ਨਾਮ ਸੰਸਕਾਰ ਕਰਨ ਲਈ ਆਪਣੇ ਘਰ ਬੁਲਾਇਆ। ਉਹ ਸਕਲੀਆ ਵਿੱਚ ਇੰਜ ਗਹਿਰ ਗੰਭੀਰ ਤੇ ਸਹਿਜ ਸੁਭਾਅ ਆਣ ਬਿਰਾਜੇ ਜਿਵੇਂ ਉਹਨਾਂ ਸਾਹਮਣੇ ਸਾਰੇ ਦੇਸ਼ ਦੀ ਹੋਣੀ ਦਾ ਫੈਸਲਾ ਕਰਨ ਦਾ ਕੰਮ ਰੱਖਿਆ ਗਿਆ ਹੋਵੇ। ਉਹਨਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸਾਡੇ ਬਲਹਾਰ ਕੁਮਾਰਾਂ ਦੀ ਕਿਰਤ ਸ਼ਰਾਬ ਪੀਣ ਵਾਲਾ ਇੱਕ ਇੱਕ ਗੋਲ ਪਿਆਲਾ ਸੀ। ਬੇਸ਼ੱਕ ਕੱਪ ਝੱਗ ਵਾਲੀ ਬੂਜ਼ਾ ਨਾਲ ਭਰੇ ਪਏ ਸਨ। ਸਿਰਫ ਇੱਕ ਆਦਮੀ, ਉਹਨਾਂ ਵਿੱਚੋਂ ਸਭ ਤੋਂ ਬਜ਼ੁਰਗ, ਦੁੱਧ ਚਿੱਟੇ ਵਾਲਾਂ ਤੇ ਦਾੜੀ ਵਾਲੇ, ਪੈਗੰਬਰ ਵਾਂਗ ਲੱਗਦੇ ਇੱਕ ਬਜ਼ੁਰਗ ਦੇ ਹੀ ਹੱਥਾਂ ਵਿੱਚ ਕੁਝ ਨਹੀਂ ਸੀ ਫੜਿਆ ਹੋਇਆ। ਇਹ ਬਜ਼ੁਰਗ ਸੀ ਜਿਸ ਦੇ ਹੱਥਾਂ ਵਿੱਚ ਮਾਂ ਨੇ ਮੈਨੂੰ ਦੇ ਦਿੱਤਾ ਜਦੋਂ ਉਹ ਨਾਲ ਦੇ ਕਮਰੇ ਵਿੱਚੋਂ ਦਾਖਲ ਹੋਈ। ਮੈਂ ਬਜ਼ੁਰਗ ਦੀਆਂ ਬਾਹਾਂ ਵਿੱਚ ਕੋਲ ਕਰਨ ਲੱਗਾ, ਜਦ ਕਿ ਮੇਰੀ ਮਾਂ ਨੇ ਉਸ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰੇ ਵਿਆਹ ਉੱਤੇ ਤੁਸੀਂ ਆਪਣੇ ਗੀਤ ਗਾਏ ਸਨ, ਕਦੀ ਪਾਂਡੂਰ ਵਜਾਉਂਦਿਆਂ, ਕਦੀ ਡਫ ਵਜਾਉਂਦਿਆਂ। ਤੁਹਾਡੇ ਗੀਤ ਸੋਹਣੇ ਸਨ। ਤੁਸੀਂ ਹੁਣ ਕਿਹੜਾ ਗੀਤ ਗਾਓਗੇ ਜਿਸ ਵੇਲੇ ਤੁਹਾਡੀਆਂ ਬਾਹਾਂ ਵਿੱਚ ਮੇਰਾ ਬੱਚਾ ਹੈ? ਭਾਗਵਾਨੇ, ਗੀਤ ਤੂੰ ਗਾਏਂਗੀ ਮਾਂ ਵਜੋਂ ਜਦੋਂ ਤੂੰ ਇਸ ਦਾ ਪੰਘੂੜਾ ਹਿਲਾ ਰਹੀ ਹੋਵੇਂਗੀ। ਮਗਰੋਂ ਪੰਛੀ ਤੇ ਦਰਿਆ ਹੋਣਗੇ ਜਿਹੜੇ ਇਸ ਨੂੰ ਗਾਣਾ ਸੁਣਾਉਣਗੇ। ਤਲਵਾਰਾਂ ਤੇ ਗੋਲੀਆਂ ਵੀ ਇਸ ਨੂੰ ਗੀਤ ਸੁਣਾਉਣਗੀਆਂ। ਪਰ ਸ਼ਾਲਾ ਇਸ ਦੀ ਪਤਨੀ ਇਸ ਨੂੰ ਉਹ ਗੀਤ ਸੁਣਾਏ ਜਿਹੜਾ ਸਭ ਗੀਤਾਂ ਤੋਂ ਸੁੰਦਰ ਹੋਵੇ। ਤਾਂ ਫਿਰ ਇਸ ਲਈ ਨਾਂ ਚੁਣੋ ਤਾਂ ਕਿ ਮੈਂ ਇਸ ਦੀ ਮਾਂ, ਸਾਡੀ ਸਾਰੀ ਆਉਲ ਤੇ ਸਾਰਾ ਦਾਗਿਸਤਾਨ ਉਹ ਨਾਂ ਸੁਣ ਸਕੇ ਜਿਹੜਾ ਤੁਸੀਂ ਹੁਣ ਇਸ ਨੂੰ ਦੇਵੋਗੇ। ਬਜ਼ੁਰਗ ਨੇ ਮੈਨੂੰ ਉਤਾਂ ਛੱਤ ਵੱਲ ਨੂੰ ਚੁੱਕਿਆ ਤੇ ਬੋਲਿਆ, ਕੁੜੀ ਦਾ ਨਾਂ ਸਿਤਾਰੇ ਦੀ ਚਮਕ ਵਾਂਗ ਜਾਂ ਫੁੱਲ ਦੀ ਸੁਗੰਧੀ ਵਾਂਗ ਹੋਣਾ ਚਾਹੀਦਾ ਹੈ। ਆਦਮੀ ਦਾ ਨਾਂ ਤਲਵਾਰਾਂ ਦੀ ਖੜਕਾਰ ਜਾਂ ਗ੍ਰੰਥਾਂ ਦੀ ਸਿਆਣਪ ਵਰਗਾ ਹੋਣਾ ਚਾਹੀਦਾ ਹੈ। ਕਿਤਾਬਾਂ ਤੋਂ ਮੈਨੂੰ ਕਈ ਨਾਵਾਂ ਦਾ ਪਤਾ ਲੱਗਿਆ। ਤਲਵਾਰਾਂ ਦੀ ਗੁੰਜਾਰ ਵਿੱਚੋਂ ਕਈ ਨਾਮ ਮੇਰੇ ਕੰਨੀ ਪਏ ਨੇ। ਮੇਰੇ ਗ੍ਰੰਥ ਤੇ ਮੇਰੀਆਂ ਤਲਵਾਰਾਂ ਇੱਕ ਨਾਂ ਮੇਰੇ ਕੰਨਾਂ ਵਿੱਚ ਲੈ ਰਹੀਆਂ ਨੇ। ਇਹ ਨਾਂ ਹੈ ਰਸੂਲ। ਫਿਰ ਬਜ਼ੁਰਗ, ਜਿਹੜਾ ਪੈਗੰਬਰ ਵਾਂਗ ਲੱਗਦਾ ਸੀ, ਮੇਰੇ ਉੱਤੇ ਝੁਕਿਆ ਤੇ ਹੌਲੀ ਜਿਹੀ ਮੇਰੇ ਕੰਨ ਵਿੱਚ ਬੋਲਿਆ, ਰਸੂਲ। ਉੱਚੀ ਸਾਰੀ ਦੂਜੇ ਕੰਨ ਵਿੱਚ ਚੀਕਿਆ, ਰਸੂਲ। ਉਸ ਨੇ ਰੋਂਦਾ ਬੱਚਾ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਹਾਜ਼ਰ ਸਾਰਿਆਂ ਨੂੰ ਸੰਬੋਧਨ ਕਰਦਿਆਂ ਉਹ ਬੋਲਿਆ, ਆਹ ਦੇਖੋ ਰਸੂਲ। ਸਕਲੀਆ ਵਿਚਲੀ ਚੁੱਪ ਨੇ ਮੇਰੇ ਨਾਂ ਦੀ ਪੁਸ਼ਟੀ ਕੀਤੀ। ਪੰਚਾਂ ਨੇ ਆਪਣੇ ਪਿਆਲੇ ਖਾਲੀ ਕੀਤੇ, ਪੁੱਠੇ ਹੱਥਾਂ ਨਾਲ ਆਪਣੀਆਂ ਮੁੱਛਾਂ ਪੂੰਝੀਆਂ, ਹੁੰਗਾਰੇ ਨਾਲ ਰਜ਼ਾਮੰਦੀ ਜ਼ਾਹਰ ਕੀਤੀ। ਪਰਬਤ ਵਾਸੀ ਨੂੰ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਨੇ, ਉਸ ਦਾ ਪਾਪਾਖਾ ਤੇ ਉਸ ਦਾ ਨਾਂ। ਪਾਪਾਖਾ ਹੋ ਸਕਦਾ ਹੈ ਸਿਰ ਲਈ ਬੜਾ ਭਾਰਾ ਸਾਬਤ ਹੋਵੇ, ਇਸੇ ਤਰ੍ਹਾਂ ਨਾਂ ਵੀ ਸਾਬਤ ਹੋ ਸਕਦਾ ਹੈ। ਲੱਗਦਾ ਹੈ ਕਿ ਬੱਗੇ ਵਾਲਾਂ ਵਾਲੇ ਬਜ਼ੁਰਗ ਨੇ, ਜਿਹੜਾ ਬਹੁਤ ਘੁੰਮਿਆ ਤੇ ਬਹੁਤ ਪੜ੍ਹਿਆ ਹੋਇਆ ਸੀ, ਮੇਰੇ ਨਾਂ ਵਿੱਚ ਖਾਸ ਅਰਥ ਤੇ ਮੰਤਵ ਭਰ ਦਿੱਤੇ। ਰਸੂਲ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਸੰਦੇਸ਼ਵਾਹਕ, ਜਾਂ ਵਧੇਰੇ ਠੀਕ ਹੋਵੇਗਾ ਪ੍ਰਤੀਨਿਧ। ਤਾਂ ਮੈਂ ਕਿਸ ਦਾ ਸੰਦੇਸ਼ਵਾਹਕ, ਕਿਸ ਦਾ ਪ੍ਰਤੀਨਿਧ ਹਾਂ? ਆਪਣੀ ਨੋਟਬੁੱਕ ਵਿੱਚੋਂ ਬੈਲਜੀਅਮ। ਮੈਂ ਦੁਨੀਆ ਭਰ ਤੋਂ ਆਏ ਵੱਖੋ ਵੱਖਰੀਆਂ ਕੌਮਾਂ ਤੇ ਦੇਸ਼ਾਂ ਦੇ ਕਵੀਆਂ ਦੇ ਇਕੱਠ ਵਿੱਚ ਹਿੱਸਾ ਲੈ ਰਿਹਾ ਹਾਂ। ਜਿਹੜਾ ਵੀ ਕੋਈ ਬੋਲਣ ਲਈ ਉੱਠਦਾ, ਉਹ ਆਪਣੇ ਲੋਕਾਂ ਬਾਰੇ, ਉਹਨਾਂ ਦੇ ਸੱਭਿਆਚਾਰ, ਕਵਿਤਾ ਤੇ ਭਵਿੱਖ ਬਾਰੇ ਦੱਸਦਾ। ਪਰ ਕੁਝ ਐਸੇ ਪ੍ਰਤੀਨਿਧ ਵੀ ਸਨ, ਜਿਵੇਂ ਕਿ ਲੰਡਨ ਤੋਂ ਆਏ ਹੰਗੇਰੀਅਨ, ਪੈਰਿਸ ਤੋਂ ਐਸਟੋਨੀਅਨ ਤੇ ਸਾਨ ਫਰਾਂਸਿਸਕੋ ਤੋਂ ਪੋਲ। ਇੰਜ ਸੀ ਇਹ ਕਿਸਮਤ ਨੇ ਉਹਨਾਂ ਲੋਕਾਂ ਨੂੰ ਵੱਖੋ ਵੱਖਰੇ ਦੇਸ਼ਾਂ ਵਿੱਚ, ਸਮੁੰਦਰਾਂ ਤੋਂ ਪਾਰ, ਪਹਾੜਾਂ ਤੋਂ ਪਾਰ, ਆਪਣੀ ਜਨਮ ਭੂਮੀ ਤੋਂ ਦੂਰ ਦੁਰਾਡੇ ਫੈਲਾ ਦਿੱਤਾ ਸੀ। ਮੈਨੂੰ ਸਭ ਤੋਂ ਵੱਧ ਹੈਰਾਨੀ ਇੱਕ ਕਵੀ ਉੱਤੇ ਹੋਈ, ਜਿਸ ਨੇ ਐਲਾਨ ਕੀਤਾ, ਸੱਜਣੋ, ਤੁਸੀਂ ਇੱਥੇ ਵੱਖੋ ਵੱਖਰੇ ਦੇਸ਼ਾਂ ਤੋਂ ਆਏ ਹੋ, ਤੁਸੀਂ ਵੱਖੋ ਵੱਖਰੀਆਂ ਕੌਮਾਂ ਦੇ ਪ੍ਰਤੀਨਿਧ ਹੋ। ਸਿਰਫ ਮੈਂ ਹੀ ਕਿਸੇ ਖਾਸ ਕੌਮ ਦੀ ਤੇ ਕਿਸੇ ਖਾਸ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰਦਾ, ਮੈਂ ਸਭ ਕੌਮਾਂ ਤੇ ਸਭ ਦੇਸ਼ਾਂ ਦੀ ਪ੍ਰਤੀਨਿਧਤਾ ਕਰਦਾ ਹਾਂ। ਮੈਂ ਕਵੀ ਦੀ ਪ੍ਰਤੀਨਿਧਤਾ ਕਰਦਾ ਹਾਂ। ਹਾਂ, ਮੈਂ ਕਵਿਤਾ ਹਾਂ। ਮੈਂ ਉਹ ਸੂਰਜ ਹਾਂ ਜਿਹੜਾ ਸਾਰੀ ਦੁਨੀਆ ਲਈ ਚਮਕਦਾ ਹੈ। ਮੈਂ ਉਹ ਵਰਖਾ ਹਾਂ ਜਿਹੜੀ ਜ਼ਮੀਨ ਨੂੰ ਪਾਣੀ ਦਿੰਦੀ ਹੈ।
ਇਸ ਦੀ ਕੌਮੀਅਤ ਬਾਰੇ ਜ਼ਰਾ ਵੀ ਕੁਝ ਸੋਚਣ ਬਿਨਾ ਮੈਂ ਐਸਾ ਦਰਖਤ ਹਾਂ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇੱਕੋ ਜਿੰਨਾ ਵੱਧ ਫੁੱਲ ਸਕਦਾ ਹੈ। ਇੰਨਾ ਕਹਿ ਕੇ ਉਹ ਮੰਚ ਤੋਂ ਉਤਰ ਆਇਆ। ਸਰੋਤਿਆਂ ਵਿੱਚੋਂ ਕਈਆਂ ਨੇ ਤਾਲੀਆਂ ਵਜਾਈਆਂ। ਮੈਂ ਸੋਚਣ ਲੱਗ ਪਿਆ, ਉਹ ਠੀਕ ਹੈ, ਸੱਚਮੁੱਚ ਅਸੀਂ ਕਵੀ ਸਾਰੀ ਦੁਨੀਆ ਲਈ ਜ਼ਿੰਮੇਵਾਰ ਹਾਂ, ਪਰ ਜਿਹੜਾ ਕੋਈ ਆਪਣੀ ਜਨਮ ਭੂਮੀ ਲਈ ਪਿਆਰ ਨਹੀਂ ਰੱਖਦਾ ਉਹ ਸਾਰੀ ਦੁਨੀਆ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਮੇਰੇ ਲਈ ਉਹ ਉਸ ਆਦਮੀ ਵਾਂਗ ਹੈ ਜਿਹੜਾ ਆਪਣੀ ਜਨਮ ਭੂਮੀ ਤੋਂ ਨਿਕਲ ਆਇਆ ਹੈ, ਕਿਸੇ ਹੋਰ ਦੇਸ਼ ਵਿੱਚ ਰਹਿਣ ਲੱਗ ਪਿਆ ਹੈ ਤੇ ਘਰ ਵਸਾ ਲਿਆ ਹੈ ਤੇ ਆਪਣੀ ਸੱਸ ਨੂੰ ਮਾਂ ਕਹਿੰਦਾ ਹੈ। ਸੱਸ ਦੇ ਖਿਲਾਫ ਮੈਨੂੰ ਕੋਈ ਗਿਲਾ ਨਹੀਂ, ਪਰ ਮਾਂ ਤੋਂ ਬਿਨਾਂ ਕੋਈ ਮਾਂ ਨਹੀਂ ਹੋ ਸਕਦੀ। ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ ਤਾਂ ਤੁਸੀਂ ਪ੍ਰਮਾਣ ਪੇਸ਼ ਕਰਦੇ ਹੋ, ਆਪਣਾ ਪਾਸਪੋਰਟ, ਜਿਹੜਾ ਤੁਹਾਡੇ ਬਾਰੇ ਸਭ ਵਿਸਥਾਰ ਦੱਸਦਾ ਹੈ। ਜਦੋਂ ਕਿਸੇ ਕੌਮ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕੀ ਹੈ ਤਾਂ ਉਹ ਲਿਖਤੀ ਪ੍ਰਮਾਣ ਵਾਂਗ ਹੀ ਆਪਣੇ ਸਾਇੰਸਦਾਨਾਂ, ਆਪਣੇ ਲੇਖਕਾਂ, ਆਪਣੇ ਕਲਾਕਾਰਾਂ ਤੇ ਆਪਣੇ ਸਿਆਸਤਦਾਨਾਂ ਨੂੰ ਪੇਸ਼ ਕਰਦੀ ਹੈ। ਚੜ੍ਹਦੀ ਜਵਾਨੀ ਤੋਂ ਹੀ ਬੰਦੇ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਦੁਨੀਆ ਵਿੱਚ ਆਪਣੀ ਕੌਮ ਦਾ ਪ੍ਰਤੀਨਿਧ ਬਣ ਕੇ ਆਇਆ ਹੈ ਤੇ ਉਸ ਨੂੰ ਉਹ ਰੋਲ ਧਾਰਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਆਦਮੀ ਨੂੰ ਇੱਕ ਨਾਂ, ਪਾਪਾਖਾ ਤੇ ਹਥਿਆਰ ਦਿੱਤਾ ਜਾਂਦਾ ਹੈ। ਪੰਘੂੜੇ ਤੋਂ ਹੀ ਉਸ ਨੂੰ ਆਪਣੀ ਕੌਮ ਦੇ ਗੀਤ ਸਿਖਾਏ ਜਾਂਦੇ ਹਨ। ਜਦੋਂ ਮੇਰੀ ਕਿਸਮਤ ਮੈਨੂੰ ਕਿਸੇ ਕੋਨੇ ਵਿੱਚ ਵੀ ਲੈ ਜਾਏ, ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਉਸ ਧਰਤੀ ਦਾ, ਉਹਨਾਂ ਪਹਾੜਾਂ ਦਾ ਤੇ ਉਸ ਆਉਲ ਦਾ ਪ੍ਰਤੀਨਿਧ ਸਮਝਦਾ ਹਾਂ ਜਿੱਥੇ ਮੈਂ ਸਭ ਤੋਂ ਪਹਿਲਾਂ ਘੋੜੇ ਉੱਤੇ ਕਾਠੀ ਪਾਉਣੀ ਸਿੱਖੀ। ਮੈਂ ਜਿੱਥੇ ਵੀ ਕਿਤੇ ਹੋਵਾਂ ਆਪਣੇ ਆਪ ਨੂੰ ਆਪਣੇ ਦਾਗਿਸਤਾਨ ਦਾ ਵਿਸ਼ੇਸ਼ ਪੱਤਰ ਪ੍ਰੇਰਕ ਸਮਝਦਾ ਹਾਂ, ਪਰ ਜਦੋਂ ਮੈਂ ਆਪਣੇ ਦਾਗਿਸਤਾਨ ਵਾਪਸ ਆਉਂਦਾ ਹਾਂ ਤਾਂ ਸਮੁੱਚੇ ਤੌਰ ਉੱਤੇ ਮਨੁੱਖੀ ਸੱਭਿਆਚਾਰ ਦੇ ਵਿਸ਼ੇਸ਼ ਪੱਤਰ ਪ੍ਰੇਰਕ ਵਜੋਂ ਆਪਣੇ ਸਾਰੇ ਦੇਸ਼ ਦੇ, ਸਗੋਂ ਸਾਰੀ ਦੁਨੀਆ ਦੇ ਵੀ ਪ੍ਰਤੀਨਿਧ ਵਜੋਂ ਵਾਪਸ ਆਉਂਦਾ ਹਾਂ। ਬਾਕੀ ਅਗਲੇ ਭਾਗ ਵਿੱਚ।